ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਪ੍ਰਤੀ ਕਰਮ, ਸੰਭਾਵਨਾਵਾਂ ਤੇ ਸੀਮਤਾਈਆਂ ਬਾਰੇ ਵਿਚਾਰ ਸਾਂਝੇ ਕਰਾਂਗੇ। ਕਿਸੇ ਭਾਈਚਾਰੇ ਨੂੰ ਜਦ ਇਤਿਹਾਸ ਦੇ ਕਿਸੇ ਮੋੜ ਉੱਤੇ ਸਮਕਾਲੀ ਹੁਕਮਰਾਨ ਵਰਗ ਦੇ ਵਹਿਸ਼ੀ ਜ਼ੁਲਮਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਤਾਂ ਉਸ ਅੰਦਰ ਦੋ ਤਰ੍ਹਾਂ ਦੇ ਪ੍ਰਤੀ ਕਰਮ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਉਹ ਜਾਂ ਤਾਂ ਪਹਿਲਾਂ ਨਾਲੋਂ ਹੀ ਵਧੇਰੇ ਇਕਜੁੱਟ ਤੇ ਸਿੱਧਕਵਾਨ ਹੋ ਜਾਂਦਾ ਹੈ ਅਤੇ ਜਾਂ ਫਿਰ ਦਬਾਅ ਹੇਠ ਆ ਕੇ ਖਿੰਡ ਪੁੰਡ ਜਾਂਦਾ ਹੈ। ਇਹ ਗੱਲ ਮਜ਼ਲੂਮ ਭਾਈਚਾਰੇ ਦੀ ਇਕਜੁੱਟਤਾ, ਪ੍ਰਤੀਬੱਧਤਾ, ਚੇਤਨਾ ਤੇ ਲੀਡਰਸ਼ਿਪ ਦੀ ਗੁਣਵੱਤਾ ਆਦਿ ਕਈ ਸਾਰੇ ਤੱਥਾਂ 'ਤੇ ਨਿਰਭਰ ਕਰਦੀ ਹੈ। ਪਹਿਲੇ ਅਤੇ ਦੂਜੇ ਕਾਂਡ ਵਿੱਚ ਖਾਲਸਾ ਪੰਥ ਦੇ ਕੌਮੀ ਚਰਿੱਤਰ ਦੀਆਂ ਕੁਝ ਉਗੜਵੀਆਂ ਵਿਸ਼ੇਸ਼ਤਾਵਾਂ ਅਤੇ ਉਸ ਦੀਆਂ ਇਤਿਹਾਸਕ ਰਵਾਇਤਾਂ ਦਾ ਜੋ ਖਾਕਾ ਪੇਸ਼ ਕੀਤਾ ਗਿਆ ਹੈ, ਉਸ ਤੋਂ ਇੱਕ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਹੋਰ ਜੋ ਮਰਜ਼ੀ ਬਰਦਾਸ਼ਤ ਕਰ ਲੈਣ, ਪਰ ਉਹਨਾਂ ਕੋਲੋਂ ਆਪਣੇ ਗੁਰੂ ਧਾਮਾਂ, ਖਾਸ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਂਦੀ। ਇਸ ਵਿਰੁੱਧ ਸਿੱਖ ਕੌਮ ਅੰਦਰ ਅਟੱਲ ਤੌਰ 'ਤੇ ਆਪ ਮੁਹਾਰਾ ਰੋਹ ਜਾਗ ਪੈਂਦਾ ਹੈ ਅਤੇ ਸਿੱਖਾਂ ਅੰਦਰ ਪਾਪੀਆਂ ਨੂੰ ਸਜ਼ਾ ਦੇਣ ਦੀ ਅਮੋੜ ਰੁਚੀ ਪੈਦਾ ਹੋ ਜਾਂਦੀ ਹੈ। ਇਹ ਇੱਕ ਅਟਲ ਸੱਚਾਈ ਹੈ ਜੋ ਹਰ ਕਾਲ ਅਤੇ ਸਥਿਤੀ ਉੱਤੇ ਬਰਾਬਰ ਲਾਗੂ ਹੁੰਦੀ ਹੈ, ਪਰ ਹਰ ਕਾਲ ਅਤੇ ਸਥਿਤੀ ਦਾ ਆਪਣਾ ਇੱਕ ਵਿਸ਼ੇਸ਼ ਸੱਚ ਹੁੰਦਾ ਹੈ ਜੋ ਉਸ ਵਿਸ਼ੇਸ਼ ਮੌਕੇ 'ਤੇ ਉਪਰੋਕਤ ਅਟਲ ਸੱਚਾਈ ਦੇ ਠੋਸ ਇਜ਼ਹਾਰ ਉੱਤੇ ਆਪਣੀ ਗਹਿਰੀ ਛਾਪ ਛੱਡਦਾ ਹੈ। ਇਸ ਕਰਕੇ ਜੂਨ 1984 ਵਿੱਚ ਭਾਰਤੀ ਰਾਜ ਦੁਆਰਾ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਵਿਰੁੱਧ ਸਿੱਖ ਪੰਥ ਅੰਦਰ ਪੈਦਾ ਹੋਏ ਪ੍ਰਤੀਕਰਮ ਦੀ ਵਿਸ਼ੇਸ਼ਤਾ ਨੂੰ ਸਮਝਣ ਲਈ ਇਸ ਹਮਲੇ ਦੇ ਠੋਸ ਪ੍ਰਸੰਗ ਨੂੰ ਧਿਆਨ ਵਿੱਚ ਰੱਖਣਾ ਅਤੇ ਇਸ ਦੇ ਪ੍ਰਮੁੱਖ ਲੱਛਣਾਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਇਹ ਹਮਲਾ 18ਵੀਂ ਸਦੀ ਦੇ ਮੁਗਲਾਂ ਤੇ ਅਫਗਾਨੀਆਂ ਦੇ ਹਮਲਿਆਂ ਨਾਲੋਂ ਕਈ ਅਹਿਮ ਪੱਖ ਤੋਂ ਭਿੰਨ ਹੈ। ਸਭ ਨਾਲੋਂ ਬੁਨਿਆਦੀ ਤੇ ਅਹਿਮ ਫਰਕ ਇਹ ਸੀ ਕਿ 18ਵੀਂ ਸਦੀ ਦੇ ਧੜਵੀਆਂ ਦੇ ਸਿੱਖ ਦੁਸ਼ਮਣ ਖਾਸੇ ਤੇ ਨਾਪਾਕ ਇਰਾਦਿਆਂ ਬਾਰੇ ਖਾਲਸਾ ਪੂਰੀ ਤਰ੍ਹਾਂ ਸੁਚੇਤ ਵੀ ਸੀ ਤੇ ਇੱਕਮਤ ਵੀ। ਧੜਵੀਆਂ ਨਾਲ ਆਪਣੇ ਰਿਸ਼ਤੇ ਬਾਰੇ ਖਾਲਸਾ ਪੰਥ ਦੀਆਂ ਸਫਾਂ ਅੰਦਰ ਉੱਕਾ ਹੀ ਕੋਈ ਬੇਯਕੀਨੀ ਤੇ ਝੋਲਾ ਨਹੀਂ ਸੀ। ਖਾਲਸਾ ਉਹਨਾਂ ਨੂੰ ਦੁਸ਼ਮਣ ਤੇ ਬੇਗਾਨੇ ਮੰਨ ਕੇ ਚੱਲਦਾ ਸੀ, ਜਿਸ ਕਰਕੇ ਬੇਗਾਨੇ ਦੁਸ਼ਮਣਾਂ ਦੀਆਂ ਜ਼ੋਰਾਵਰੀਆਂ ਖਾਲਸਾ ਸਫਾ ਅੰਦਰ ਨਿਰੋਲ ਗੁੱਸਾ ਤੇ ਰੋਹ ਪੈਦਾ ਕਰਦੀਆਂ ਸਨ। ਦੁਬਿਧਾ ਤੇ ਭੰਬਲ-ਭੂਸੇ ਦੀ ਕੋਈ ਵੀ ਵਜ੍ਹਾ ਤੇ ਜਗ੍ਹਾ ਨਹੀਂ ਸੀ ਹੁੰਦੀ। ਹਰ ਹਮਲੇ ਤੋਂ ਬਾਅਦ ਖਾਲਸਾ ਆਪਣੇ ਦੁਸ਼ਮਣਾਂ ਵਿਰੁੱਧ ਪਹਿਲਾਂ ਨਾਲੋਂ ਵੀ ਵੱਧ ਇਕਜੁੱਟ ਹੋ ਕੇ ਤੇ ਇੱਕ ਚਿੱਤ ਹੋ ਕੇ ਲੜਾਈ ਦੇ ਮੈਦਾਨ ਵਿੱਚ ਕੁੱਦ ਪੈਂਦਾ ਸੀ। ਇਸ ਦੀ ਤੁਲਨਾ ਵਿੱਚ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਵਾਲੇ ਹਾਕਮ ਵਰਗ ਦੇ ਮੂਲ ਚਰਿੱਤਰ ਤੇ ਮਨੋਰਥਾਂ ਬਾਰੇ ਸਿੱਖ ਕੌਮ ਅੰਦਰ ਸਪਸ਼ਟਤਾ ਤੇ ਇੱਕਮਤਤਾ ਨਹੀਂ ਸੀ। ਸਿੱਖ ਹਿੰਦੂ ਹਾਕਮਾਂ ਨੂੰ ਮੁਗਲਾਂ ਤੇ ਅਫਗਾਨੀਆਂ ਦੀ ਤਰ੍ਹਾਂ ਬੇਗਾਨੇ ਤੇ ਦੁਸ਼ਮਣ ਤਸੱਵਰ ਨਹੀਂ ਸੀ ਕਰਦੇ। ਉਹ ਉਹਨਾਂ ਨੂੰ ਆਪਣੇ ਸਕੇ ਸਮਝਦੇ ਆ ਰਹੇ ਸਨ। ਜਦੋਂ ਕੋਈ ਆਪਣਾ ਸਕਾ ਦੁਸ਼ਮਣ ਬਣ ਕੇ ਪੇਸ਼ ਆਉਂਦਾ ਹੈ ਤਾਂ ਉਸ ਉੱਤੇ ਨਿਰਾ ਗੁੱਸਾ ਨਹੀਂ ਆਉਂਦਾ। ਇਸ ਗੁੱਸੇ ਵਿੱਚ ਗਮ, ਸਦਮੇ ਤੇ ਬੇਯਕੀਨੀ ਤੇ ਜ਼ੋਰਾਵਰ ਅੰਸ਼ਾਂ ਦੀ ਰਲਾਵਟ ਹੁੰਦੀ ਹੈ। ਹਿੰਦੂ ਵਰਗ ਬਾਰੇ ਸਿੱਖਾਂ ਨੇ ਆਪਣੇ ਮਨਾਂ ਵਿੱਚ ਚਿਰਾਂ ਤੋਂ ਜੋ ਭਰਮ ਗ੍ਰਸੀਆਂ ਧਾਰਨਾਵਾਂ ਬਣਾ ਰੱਖੀਆਂ ਸਨ, ਉਹਨਾਂ ਨੂੰ ਇੱਕਦਮ ਬਦਲ ਲੈਣਾ ਆਸਾਨ ਕਿਰਿਆ ਨਹੀਂ ਸੀ। ਸਿੱਖਾਂ ਨੇ ਹਿੰਦੂ ਸਮਾਜ ਨਾਲ ਜਿੰਨੀਆਂ ਗੂੜ੍ਹੀਆਂ ਅਤੇ ਬਹੁਪਰਤੀ ਸਾਂਝਾਂ ਪਾ ਰੱਖੀਆਂ ਹੋਈਆਂ ਸਨ, ਉਹਨਾਂ ਨੂੰ ਇੱਕੋ ਝਟਕੇ ਨਾਲ ਤੋੜ ਦੇਣਾ ਕੋਈ ਸੁਖਾਲੀ ਗੱਲ ਨਹੀਂ ਸੀ। ਇਹ ਤੱਥ ਦਰਬਾਰ ਸਾਹਿਬ ਉੱਤੇ ਹਿੰਦੂ ਹਮਲੇ ਵਿਰੁੱਧ ਪੈਦਾ ਹੋਏ ਸਿੱਖ ਪ੍ਰਤੀਕਰਮ ਉੱਤੇ ਲਗਾਤਾਰ ਆਪਣਾ ਕਾਲਾ ਪਰਛਾਵਾਂ ਛੱਡਦੇ ਰਹੇ। ਜੂਨ 1984 ਦੇ ਘਟਨਾਕ੍ਰਮ ਦਾ ਇੱਕ ਹੋਰ ਵਿਸ਼ੇਸ਼ ਪ੍ਰਸੰਗ ਇਹ ਹੈ ਕਿ ਇਹ ਨੌਬਤ ਅਚਾਨਕ ਖਿਲਾਅ 'ਚੋਂ ਪ੍ਰਗਟ ਨਹੀਂ ਸੀ ਹੋਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭ ਕੀਤਾ ਗਿਆ ਧਰਮ ਯੁੱਧ ਮੋਰਚਾ ਜੇਕਰ ਰਵਾਇਤੀ ਅਕਾਲੀ ਰਾਜਨੀਤੀ ਦੀ ਮਰਿਆਦਾ ਦਾ ਹੀ ਪਸੰਦ ਰਿਹਾ ਹੁੰਦਾ ਤਾਂ ਘਟਨਾਵਾਂ ਨੇ ਲਾਜ਼ਮੀ ਇਹੋ ਰੁਖ ਅਖਤਿਆਰ ਨਹੀਂ ਸੀ ਕਰਨਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਿੱਖ ਰਾਜਨੀਤੀ ਵਿੱਚ ਪ੍ਰਵੇਸ਼ ਕਰਨਾ ਅਤੇ ਰਵਾਇਤੀ ਅਕਾਲੀ ਰਾਜਨੀਤੀ ਦੇ ਟਾਕਰੇ ਵਿੱਚ ਆਪਣੀ ਵੱਖਰੀ ਤੇ ਵਿਲੱਖਣ ਪੰਥਕ ਰਾਜਸੀ ਵਿਚਾਰਧਾਰਾ ਦਾ ਪਰਚਮ ਲਹਿਰਾਉਣਾ ਅਤੇ ਇਸ ਉੱਤੇ ਸਾਬਤ ਕਦਮੀ ਨਾਲ ਪਹਿਰਾ ਦਿੰਦੇ ਹੋਏ ਇਸ ਦੀ ਲਗਾਤਾਰ ਦ੍ਰਿੜਤਾ ਤੇ ਤੀਬਰ ਜੋਸ਼ ਨਾਲ ਪੈਰਵਾਈ ਕਰਨੀ, ਇਹ
ਵਰਤਾਰਾ ਕਿਸੇ ਵੀ ਲਿਹਾਜ਼ ਨਾਲ ਮਾਮੂਲੀ ਜਾਂ ਰਿਵਾਜੀ ਨਹੀਂ ਸੀ। ਸਿਰਫ ਇਹ ਨਹੀਂ ਕਿ 6 ਜੂਨ ਦੀ ਹੋਣੀ ਭਰੀ ਸਵੇਰ ਤੱਕ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਕਰਨ ਲਈ ਭਾਰਤੀ ਰਾਜ ਦੀਆਂ ਧਾੜਵੀ ਫੌਜਾਂ ਦਾ ਸੂਰਮ ਗਤੀ ਨਾਲ ਟਾਕਰਾ ਕਰਦੇ ਹੋਏ ਅਕਾਲ ਤਖ਼ਤ ਦੇ ਸਾਹਮਣੇ ਸ਼ਹੀਦ ਹੋ ਗਏ ਸਨ, ਉਹ ਰਾਜਸੀ ਘਟਨਾਵਾਂ ਦੇ ਵਹਿਣ ਨੂੰ ਫੈਸਲਾਕੁੰਨ ਢੰਗ ਨਾਲ ਪ੍ਰਭਾਵਿਤ ਤੇ ਨਿਰਧਾਰਿਤ ਕਰਦੇ ਰਹੇ ਸਨ। ਸ਼ਹਾਦਤ ਤੋਂ ਬਾਅਦ ਵੀ ਘੱਟੋ ਘੱਟ ਇੱਕ ਦਹਾਕੇ ਤਾਈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪ੍ਰੇਰਨਾਮਈ ਬਿੰਬ ਸਿੱਖ ਰਾਜਨੀਤੀ ਦਾ ਰੁਖ ਤੇ ਰੂਪ ਤੈਅ ਕਰਨ ਵਿੱਚ ਨਿਰਣਾਇਕ ਅੰਸ਼ ਬਣਿਆ ਰਿਹਾ। ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਸਿੱਖ ਸਮਾਜ ਦਾ ਕੋਈ ਵੀ ਅੰਗ ਅਤੇ ਸਿੱਖ ਸਰਗਰਮੀ ਦਾ ਕੋਈ ਵੀ ਖੇਤਰ ਇਸ ਤੱਥ ਦੇ ਪ੍ਰਭਾਵ ਤੋਂ ਸੁਰਖਰੂ ਨਹੀਂ ਸੀ ਰਿਹਾ। ਹਮਲੇ ਉਪਰੰਤ ਸਿੱਖ ਕੌਮ ਦੇ ਭਾਵਨਾਤਮਿਕ ਸੰਸਾਰ ਅੰਦਰ ਜੋ ਜਵਾਰਭਾਟੇ ਆਏ, ਪੰਥ ਅੰਦਰ ਜੋ ਸਿਧਾਂਤਕ ਸਾਹਬੰਦੀ ਤੇ ਰਾਜਨੀਤਿਕ ਉਥਲ-ਪੁਥਲ ਹੋਈ, ਜਥੇਬੰਦੀ ਦੇ ਖੇਤਰ ਅੰਦਰ ਟੁੱਟ-ਭੱਜ ਤੇ ਨਵ ਉਸਾਰੀ ਦਾ ਜੋ ਅਮਲ ਚੱਲਿਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹਵਾਲੇ ਤੋਂ ਬਿਨਾਂ ਉਸ ਬਾਰੇ ਕੋਈ ਵੀ ਠੀਕ ਧਾਰਨਾ ਬਣਾ ਸਕਣੀ ਕਤਈ ਸੰਭਵ ਨਹੀਂ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੱਖਰੀ ਤੇ ਵਿਲੱਖਣ ਰਾਜਸੀ ਵਿਚਾਰਧਾਰਾ ਦਾ ਸਭ ਨਾਲੋਂ ਪ੍ਰਮੁੱਖ ਲੱਛਣ ਇਹ ਸੀ ਕਿ ਉਸ ਨੇ ਆਪਣੇ ਅਨੁਭਵ ਦੇ ਜ਼ਰੀਏ ਹਿੰਦੂ ਵਰਗ ਦੀ ਫਿਰਕੂ ਫਿਤਰਤ ਤੇ ਮਾਨਸਿਕਤਾ ਨੂੰ ਇਸ ਦੇ ਅਸਲੀ ਰੂਪ ਵਿੱਚ ਪਛਾਣ ਲਿਆ ਸੀ ਅਤੇ ਭਾਰਤੀ ਰਾਜ ਦੇ ਮੂਲ ਚਰਿੱਤਰ ਤੇ ਆਚਾਰ ਵਿਹਾਰ ਉੱਤੇ ਇਸ ਸੱਚਾਈ ਦੇ ਨਿਰਣਾਕਾਰੀ ਪ੍ਰਭਾਵਾਂ ਦੀ ਹਕੀਕਤ ਨੂੰ ਉਸ ਨੇ ਬਾਰੀਕੀ ਨਾਲ ਸਮਝ ਲਿਆ ਸੀ। 20ਵੀਂ ਸਦੀ ਦੇ ਆਰੰਭ ਤੋਂ ਲੈ ਕੇ ਇਸ ਦੇ ਆਖਰੀ ਪੜਾਅ ਤੱਕ ਸਾਰੇ ਹੀ ਦੌਰ ਅੰਦਰ ਅਕਾਲੀ ਲੀਡਰਸ਼ਿਪ ਦੇ ਸਾਰੇ ਹੀ ਵਰਗਾਂ ਦੀ ਸਾਂਝੀ ਸਿਧਾਂਤਕ ਮਰਜ਼ ਜਾਂ ਸੀਮਤਾਈ ਇਹ ਸੀ ਕਿ ਉਹ ਇਸ ਸੱਚਾਈ ਦੀ ਪਛਾਣ ਅੰਸ਼ਕ ਰੂਪ ਵਿੱਚ ਹੀ ਕਰ ਸਕੇ ਸਨ। ਉਹਨਾਂ ਨੂੰ ਇਸ ਦਾ ਪੂਰਾ ਬੋਧ ਕਦੇ ਵੀ ਨਹੀਂ ਸੀ ਹੋਇਆ। ਇਸ ਵਜ੍ਹਾ ਕਰਕੇ ਉਹ ਹਿੰਦੂ ਹਾਕਮ ਵਰਗ ਵੱਲੋਂ ਸਿੱਖ ਕੌਮ ਨਾਲ ਕੀਤੇ ਜਾਂਦੇ ਰਹੇ ਵਿਤਕਰਿਆਂ ਤੇ ਧੱਕੇ ਧੜਿਆਂ ਦੇ ਖਿਲਾਫ ਸੰਘਰਸ਼ ਤਾਂ ਕਰਦੇ ਰਹੇ, ਪਰ ਹਿੰਦੂ ਵਰਗ ਦੇ ਹਕੀਕੀ ਕਿਰਦਾਰ ਤੇ ਭਾਰਤੀ ਰਾਜ ਦੀ ਅਸਲੀ ਖਸਲਤ ਨੂੰ ਬੁੱਝਣ ਵਿੱਚ ਉਹ ਲਗਾਤਾਰ ਟਪਲਾ ਖਾ ਜਾਂਦੇ ਰਹੇ। ਸਿੱਟੇ ਵਜੋਂ ਉਹ ਭਾਰਤੀ ਰਾਜ ਅੰਦਰ ਸਿੱਖ ਕੌਮ ਦੀ ਸਥਿਤੀ ਅਤੇ ਉਸ ਨੂੰ ਦਰਪੇਸ਼ ਖਤਰਿਆਂ ਬਾਰੇ ਕਦੇ ਵੀ ਪੂਰੀ ਠੀਕ ਅਤੇ ਯਥਾਰਥ-ਮੁਖੀ ਸਮਝ ਨਾ ਬਣਾ ਸਕੇ। ਅੰਤਦ੍ਰਿਸ਼ਟੀ ਦਾ ਇਹ ਵਖਰੇਵਾਂ ਹੀ ਸੀ ਕਿ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਭਾਰਤੀ ਰਾਜ ਦੇ ਜਮਹੂਰੀਅਤ ਤੇ ਧਰਮ ਨਿਰਪੱਖ ਦੇ ਦੰਭ ਨੂੰ ਪਛਾਣਨ ਵਿੱਚ ਰੱਤੀ ਦੇਰੀ ਤੇ ਉਕਾਈ ਨਾ ਕੀਤੀ, ਉੱਥੇ ਅਕਾਲੀ ਆਗੂ ਲਗਾਤਾਰ ਇਸ ਮਾਇਆ ਜਾਲ ਦੇ ਕੈਦੀ ਦੇ ਸ਼ਿਕਾਰ ਬਣੇ ਰਹੇ। ਧਰਮ ਯੁੱਧ ਮੋਰਚੇ ਦੇ ਸਾਰੇ ਅਮਲ ਦੌਰਾਨ ਇਨ੍ਹਾਂ ਸਿਧਾਂਤਕ ਮੁੱਦਿਆਂ ਤੇ ਸੰਤ ਜਰਨੈਲ ਸਿੰਘ ਦੀ ਅਕਾਲੀ ਆਗੂਆਂ ਨਾਲ ਲਗਾਤਾਰ ਖੜਕਦੀ ਰਹੀ। ਉਹ ਰੋਜ਼ਾਨਾ ਜ਼ਿੰਦਗੀ ਦੀਆਂ ਠੋਸ ਵਾਰਦਾਤਾਂ ਦੇ ਹਵਾਲੇ ਦੇ ਕੇ ਆਪਣੀਆਂ ਧਾਰਨਾਵਾਂ ਦੀ ਪੱਖ ਪੁਸ਼ਟੀ ਕਰਦੇ ਰਹੇ, ਪਰ ਅਕਾਲੀ ਲੀਡਰਸ਼ਿਪ ਦੇ ਸਿਧਾਂਤਕ ਨਜ਼ਰੀਏ ਅੰਦਰਲਾ ਭੈਗ ਬਦਸੂਰਤ ਬਣਿਆ ਰਿਹਾ। ਸਿਰਫ ਅਕਾਲੀ ਆਗੂਆਂ ਦੀ ਗੱਲ ਨਹੀਂ, ਸਿੱਖ ਸਮਾਜ ਅੰਦਰ ਇਸ ਤਰ੍ਹਾਂ ਦੀ ਸੋਚ ਤੇ ਮੁਰੀਦਾਂ ਦਾ ਘੇਰਾ ਕਾਫੀ ਵਿਸ਼ਾਲ ਹੈ। ਰਾਜਨੀਤਿਕ, ਫੌਜ, ਪ੍ਰਸ਼ਾਸਨ, ਨਿਆਂਪਾਲਿਕਾ, ਵਣਜ, ਵਪਾਰ, ਸਿੱਖਿਆ ਤੇ ਪੱਤਰਕਾਰੀ ਆਦਿ ਖੇਤਰਾਂ ਵਿੱਚ ਵਿਸ਼ੇਸ਼ ਰੁਤਬੇ ਤੇ ਹੱਕ ਸਹੂਲਤਾਂ ਮੰਨਣ ਵਾਲੇ ਸਿੱਖਾਂ ਦੀ ਸੋਚ ਉੱਤੇ ਇਸ ਵਿਚਾਰਧਾਰਾ ਦਾ ਅਸਰ ਬਹੁਤ ਗੂੜ੍ਹਾ ਹੈ ਤੇ ਚਿੜਾ ਵੀ। ਇਸ ਤੋਂ ਇਲਾਵਾ ਵੀ ਸਿੱਖ ਸਮਾਜ ਦੀਆਂ ਕੁਝ ਹੇਠਲੀਆਂ ਪਰਤਾਂ ਜਿਵੇਂ ਕਿ ਆਮ ਅਕਾਲੀ ਵਰਕਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਦਰਮਿਆਨੇ ਪੜ੍ਹੇ ਲਿਖੇ ਵਰਗਾਂ ਨੇ ਵੀ ਵੱਧ ਘੱਟ ਮਾਤਰਾ ਵਿੱਚ ਇਸ ਵਿਚਾਰਧਾਰਕ ਲਾਗੂ ਦਾ ਅਸਰ ਗ੍ਰਹਿਣ ਕੀਤਾ। ਇਸ ਤੱਥ ਨੇ ਵੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਉਪਰੰਤ ਪ੍ਰਗਟ ਹੋਏ ਸਿੱਖ ਪ੍ਰਤੀਕਰਮ ਉੱਤੇ ਤਕੜੀ ਮਾਤਰਾ ਵਿੱਚ ਆਪਣੇ ਨਕਾਰੀ ਪ੍ਰਭਾਵ ਛੱਡੇ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਵਾਰਦਾਤ ਨੇ ਦੁਨੀਆ ਵਿੱਚ ਵਸਦੇ ਹਰ ਸਿੱਖ ਦੀ ਆਤਮਾ ਤੇ ਮਾਨਸਿਕਤਾ ਉੱਤੇ ਗਹਿਰਾ ਅਸਰ ਕੀਤਾ। ਕੋਈ ਅਭਾਗਾ ਸਿੱਖ ਹੀ ਇਨ੍ਹਾਂ ਅਸਰਾਂ ਤੋਂ ਅਣਭਿੱਜ ਰਿਹਾ ਹੋਵੇਗਾ। ਹਮਲੇ ਦੀ ਖਬਰ ਸੁਣਦਿਆਂ ਹੀ ਦੇਸ਼ ਵਿਦੇਸ਼ ਅੰਦਰ ਸਿੱਖ ਜਗਤ ਅੰਦਰ ਰੋਸ ਤੇ ਗੁੱਸੇ ਦੀ ਪ੍ਰਚੰਡ ਲਹਿਰ ਪੈਦਾ ਹੋ ਗਈ ਸੀ। ਪੰਜਾਬ ਵਿੱਚ ਸਿੱਖਾਂ ਦੇ ਰੋਹ ਨੂੰ ਕਾਬੂ ਕਰਨ ਲਈ ਕਿਊਜ ਲਾ ਮਿਸਾਲ ਪੈਮਾਨੇ ਤੇ ਫੌਜ ਤੈਨਾਤ ਕੀਤੀ ਗਈ ਸੀ।
ਅਤੇ ਲੋਕਾਂ ਦੇ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਉੱਤੇ ਬਹੁਤ ਹੀ ਸਖਤ ਰੋਕਾਂ ਲਾ ਦਿੱਤੀਆਂ ਗਈਆਂ ਸੀ। ਇਸ ਕਰਕੇ ਸਿੱਖ ਆਪਣਾ ਗੁੱਸਾ ਪ੍ਰਗਟ ਕਰਨ ਲਈ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਭਾਵੇਂ ਨਹੀਂ ਨਿਕਲ ਸਕੇ ਸਨ, ਪਰੰਤੂ ਕ੍ਰੋਧ 'ਚ ਜੋ ਲਾਵਾਂ ਉਹਨਾਂ ਦੇ ਹਿਰਦਿਆਂ ਅੰਦਰ ਜਮ੍ਹਾਂ ਹੋ ਗਈਆਂ ਸੀ, ਉਸ ਨੂੰ ਲੰਮਾ ਚਿਰ ਤੱਕ ਢੱਕ ਕੇ ਰੱਖ ਸਕਣਾ ਭਾਰਤੀ ਹਾਕਮਾਂ ਦੇ ਵੱਸ ਦੀ ਗੱਲ ਨਹੀਂ ਸੀ। ਵੈਸੇ ਹੱਕ ਦਰਜੇ ਦੀ ਹਕੂਮਤੀ ਦਹਿਸ਼ਤ ਤੇ ਸਖਤ ਪਾਬੰਦੀਆਂ ਦੇ ਬਾਵਜੂਦ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸਿੱਖਾਂ ਦੇ ਰੋਹ ਭਰੇ ਕਾਫਲੇ ਦਰਬਾਰ ਸਾਹਿਬ ਦੀ ਰੱਖਿਆ ਕਰਨ ਲਈ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਸਨ। 7 ਜੂਨ ਨੂੰ ਅਜਨਾਲਾ ਖੇਤਰ ਦੇ ਪਿੰਡਾਂ 'ਚੋਂ ਸਿੱਖਾਂ ਨੇ ਅਲੱਗ-ਅਲੱਗ ਗਰੁੱਪਾਂ ਵਿੱਚ ਇਕੱਠੇ ਹੋ ਕੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਸਨ। ਰਾਜਾ ਸ਼ਾਸੀ ਵਿਖੇ ਜਦ ਇਹ ਸਾਰੇ ਗਰੁੱਪ ਇੱਕ ਜਗ੍ਹਾ ਇਕੱਤਰ ਹੋਏ ਤਾਂ ਉਹਨਾਂ ਦੀ ਸੰਖਿਆ 10,000 ਦੇ ਕਰੀਬ ਹੋ ਗਈ ਸੀ। ਜਦ ਇਹ ਦਲ ਕੇਂਦਰੀ ਜੇਲ੍ਹ ਦੇ ਕੋਲ ਪੁੱਜਾ ਤਾਂ ਇਸ ਉੱਤੇ ਫੌਜ ਨੇ ਗੋਲੀਆਂ ਦੀ ਪੁਛਾੜ ਕਰ ਦਿੱਤੀ, ਜਿਸ ਨਾਲ 50-60 ਦੇ ਕਰੀਬ ਸਿੰਘ ਮੌਕੇ 'ਤੇ ਹੀ ਸ਼ਹੀਦ ਹੋ ਗਏ ਸਨ। ਇਸੇ ਹੀ ਤਰ੍ਹਾਂ ਨਵਾਂ ਕੋਟ ਲਗਾਏ ਬਹੁਤ ਸਾਰੇ ਸਿੰਘਾਂ ਨੂੰ ਫੌਜ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਤਰਨਤਾਰਨ ਰੋਡ 'ਤੇ ਸ਼ਹਿਰੋਂ ਬਾਹਰ ਵੀ ਫੌਜ ਨੇ ਤੋਪ ਬੀੜ ਰੱਖੀ ਸੀ ਅਤੇ ਉੱਥੇ ਵੀ ਜਦ ਸਿੱਖਾਂ ਦੇ ਇੱਕ ਜੱਥੇ ਨੇ ਅੱਗੇ ਵਧਣ ਦਾ ਯਤਨ ਕੀਤਾ ਤਾਂ ਉਸ ਉੱਤੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ। ਇੱਥੇ ਹੀ ਸਿੰਘਾਂ ਦਾ ਤਗੜਾ ਜਾਨੀ ਨੁਕਸਾਨ ਹੋਇਆ। ਬਾਬਾ ਬਿਧੀ ਚੰਦ ਦੀ ਸੰਪਰਦਾ ਦੇ ਮੁਖੀ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੀਆਂ ਦੀ ਅਗਵਾਈ ਹੇਠ 30,000 ਤੋਂ ਉੱਪਰ ਸਿੱਖਾਂ ਦਾ ਜੱਥਾ ਜਦ ਝਬਾਲ ਤੋਂ ਅੱਗੇ ਅੰਮ੍ਰਿਤਸਰ ਵੱਲ ਵਧਣ ਲੱਗਾ ਤਾਂ ਫੌਜ ਨੇ ਟੈਂਕਾਂ ਨਾਲ ਰਾਹ ਢੱਕ ਕੇ ਇਸ ਜੱਥੇ ਨੂੰ ਅੱਗੇ ਵਧਣ ਤੋਂ ਰੋਕ ਲਿਆ। ਇੱਥੇ ਹੀ ਢੰਡ ਕਸੇਲ, ਫਤਿਹਪੁਰ, ਬਟਾਲਾ ਚੌਕ, ਮਹਿਤਾ ਤੇ ਵੇਰਕਾ ਆਦਿ ਥਾਵਾਂ 'ਤੇ ਵੀ ਫੌਜ ਨੇ ਸਿੱਖਾਂ ਦੇ ਜੱਥਿਆਂ ਨੂੰ ਜ਼ਬਰਦਸਤੀ ਖਿੰਡਾ ਦਿੱਤਾ। ਵੇਰਕੇ ਵਿੱਚ ਰੋਹ ਵਿੱਚ ਆਏ ਲੋਕਾਂ ਨੇ 2 ਸਿਪਾਹੀਆਂ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਛੱਡਿਆ ਸੀ। ਬਹੁਤ ਸਾਰੀਆਂ ਥਾਵਾਂ 'ਤੇ ਪੇਂਡੂ ਖੇਤਰਾਂ ਵਿੱਚ ਲੁਕ ਛਿਪ ਕੇ ਅੰਮ੍ਰਿਤਸਰ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਸਿੱਖਾਂ ਦੇ ਛੋਟੇ-ਵੱਡੇ ਦਲਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਹਨਾਂ ਨੂੰ ਅੱਗੇ ਵਧਣੋਂ ਰੋਕਣ ਲਈ ਫੌਜ ਨੂੰ ਹੈਲੀਕਾਪਟਰਾਂ ਤੱਕ ਦੀ ਮਦਦ ਲੈਣੀ ਪੈ ਗਈ ਸੀ। 8 ਜੂਨ ਦੀ ਰਾਤ ਨੂੰ ਕੋਈ 8 ਜਾਂ 9 ਵਜੇ ਦੇ ਕਰੀਬ ਜਲੰਧਰੋਂ ਆਉਂਦੀ GT ਰੋਡ ਉੱਪਰ ਡਕੋਲੀਆਂ ਤੇ ਚਿਮਟਿਆਂ ਨਾਲ ਕੀਰਤਨ ਕਰਦੇ ਆ ਰਹੇ ਇੱਕ ਜੱਥੇ ਨੇ ਜਦ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਤਾਂ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕੀਤੀ ਗਈ। ਫਰੀਦਕੋਟ ਤੇ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਦੇ ਅਲੱਗ-ਅਲੱਗ ਪਿੰਡਾਂ 'ਚੋਂ ਇਕੱਠੇ ਹੋਏ ਸਿੱਖਾਂ ਦਾ ਇੱਕ ਵੱਡਾ ਭਾਰੀ ਦਲ ਖੇਤਾਂ ਬੰਨਿਆਂ ਵਿੱਚੋਂ ਦੀ ਹੁੰਦਾ ਹੋਇਆ ਸਭਰਾਵਾਂ ਕੋਲੋਂ ਸਤਲੁਜ ਦੇ ਕੰਢੇ 'ਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਸੀ। ਰਾਤ ਦਰਿਆ ਦੇ ਕਿਨਾਰੇ ਹੀ ਬਰੇਤੀ ਵਿੱਚ ਕੱਟਣ ਤੋਂ ਬਾਅਦ 8 ਜੂਨ ਨੂੰ ਇਸ ਜੱਥੇ ਨੇ ਪਿੰਡੋਂ-ਪਿੰਡੀ ਹੁੰਦਿਆਂ ਜਦ ਚੱਬੇ ਪਿੰਡ ਕੋਲ ਜਾ ਕੇ GT ਰੋਡ 'ਤੇ ਚੜ੍ਹਨ ਦਾ ਯਤਨ ਕੀਤਾ ਤਾਂ ਫੌਜ ਨੇ ਜੱਥੇ ਨੂੰ ਚਾਰੇ ਪਾਸਿਓਂ ਘੇਰੇ ਵਿੱਚ ਲੈ ਲਿਆ ਅਤੇ ਉਹਨਾਂ ਪਾਸੋਂ ਕਿਰਪਾਨਾਂ, ਬਰਛੇ, ਗੰਡਾਸੇ, ਟਕੂਏ ਅਤੇ ਡਾਂਗਾਂ, ਸੋਟੇ ਆਦਿ ਸਾਰੇ ਰਵਾਇਤੀ ਹਥਿਆਰ ਖੋਹ ਲਏ ਗਏ। ਬਾਅਦ ਵਿੱਚ ਸਾਰਿਆਂ ਨੂੰ ਕੱਲਾ-ਕੱਲਾ ਕਰਕੇ ਘਰਾਂ ਨੂੰ ਵਾਪਸ ਮੋੜ ਦਿੱਤਾ ਗਿਆ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।